Hello students, welcome to my class. Today my topic is respiration in organisms. This is lesson number 10th from class 7th standard. ਪੰਜਾਬੀ ਭਾਸ਼ਾ ਦੀ ਗੱਲ ਕਰੀਏ, ਇਸ ਚੈਪਟਰ ਦਾ ਨਾਮ ਹੈ ਸੰਜੀਵਾਂ ਵਿੱਚ ਸਾਹ ਕਿਰਿਆ। ਇਹ ਸਾਡਾ ਅੱਜ ਨਵਾਂ ਟੌਪਿਕ ਹੈ, ਨਵਾਂ ਚੈਪਟਰ ਹੈ ਸਾਡਾ, ਠੀਕ ਹੈ। ਹੁਣ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਚੈਪਟਰ ਸਟਾਰਟ ਕਰਨ ਤੋਂ ਪਹਿਲਾਂ ਕੁਝ ਜਨਰਲ ਗੱਲਾਂ ਕਰਦੇ ਹਾਂ, ਇਸ ਵਿੱਚ ਵੀ ਪਹਿਲਾਂ ਕੁਝ ਜਨਰਲ ਗੱਲਾਂ ਹੀ ਕਰਾਂਗੇ, ਠੀਕ ਹੈ। ਹੁਣ ਡੇਲੀ ਲਾਈਫ ਦੇ ਵਿੱਚ ਸਾਡੇ ਡੇਲੀ ਰੂਟੀਨ ਦੇ ਵਿੱਚ ਬਹੁਤ ਸਾਰੀਆਂ ਸਰੀਰਕ ਕਿਰਿਆਵਾਂ ਹੁੰਦੀਆਂ, ਜਿਵੇਂ ਦੌੜਨਾ, ਤੈਰਨਾ, ਸਾਈਕਲ ਚਲਾਉਣਾ, ਚੜ੍ਹਾਈ ਚੜ੍ਹਨਾ ਆਦਿ। ਇਹ ਬਹੁਤ ਸਾਰੀਆਂ ਸਰੀਰਕ ਕਿਰਿਆਵਾਂ ਅਸੀਂ ਕਰਦੇ ਹਾਂ। ਇਹਨਾਂ ਨੂੰ ਕਹਿੰਦੇ ਅਸੀਂ ਫਿਜ਼ੀਕਲ ਐਕਟੀਵਿਟੀਜ਼, ਜਿਹੜੀਆਂ ਸਰੀਰ ਦੁਆਰਾ ਹੁੰਦੀਆਂ ਉਹਨਾਂ ਨੂੰ ਕੀ ਕਹਿੰਦੇ ਅਸੀਂ ਫਿਜ਼ੀਕਲ ਐਕਟੀਵਿਟੀ, ਸਰੀਰਕ ਕਿਰਿਆਵਾਂ। ਹੁਣ ਇਹ ਜਦੋਂ ਅਸੀਂ ਸਰੀਰਕ ਕਿਰਿਆਵਾਂ ਕਰਦੇ ਹਾਂ ਤੇ ਸਾਡੀ ਸਾਹ ਕਿਰਿਆ ਬਹੁਤ ਤੇਜ਼ ਹੋ ਜਾਂਦੀ ਹੈ। ਕਦੀ ਸੋਚਿਆ ਹੈ ਸਾਹ ਕਿਰਿਆ ਤੇਜ਼ ਕਿਉਂ ਹੁੰਦੀ ਹੈ? ਅਸੀਂ ਲੰਬੇ ਸਾਹ ਕਿਉਂ ਲੈਣ ਲੱਗ ਪਏ ਹਾਂ ਜਦੋਂ ਦੌੜਦੇ ਹਾਂ, ਟੱਪਦੇ ਹਾਂ, ਨੱਚਦੇ ਹਾਂ, ਠੀਕ ਹੈ। ਬਹੁਤ ਸਾਰੀਆਂ ਸਰੀਰਕ ਕਿਰਿਆਵਾਂ ਕਰਦੇ ਹਾਂ, ਕਦੀ ਸੋਚਿਆ ਹੈ? ਹੁਣ ਇਸ ਚੈਪਟਰ ਦੇ ਵਿੱਚ ਅਸੀਂ ਇਹਨਾਂ ਬਾਰੇ ਹੀ ਡਿਸਕਸ ਕਰਨਾ। ਅਸੀਂ ਸਾਹ ਕਿਉਂ ਲੈਂਦੇ ਹਾਂ, ਸਾਡੀ ਸਾਹ ਕਿਰਿਆ ਤੇਜ਼ ਕਿਉਂ ਹੋ ਜਾਂਦੀ ਹੈ ਜਦੋਂ ਅਸੀਂ ਸਰੀਰਕ ਕਿਰਿਆਵਾਂ ਕਰਦੇ ਹਾਂ, ਸਾਹ ਕਿਰਿਆ ਕੀ ਹੈ, ਇਹਦੇ ਬਾਰੇ ਵੀ ਪੜ੍ਹਨਾ ਹੈ। ਜਿਹੜਾ ਸਾਹ ਅਸੀਂ ਇੱਕ ਸਾਹ ਲੈਂਦੇ ਹਾਂ ਨਾ, ਉਹ ਸਾਹ ਕਿਰਿਆ ਦਾ ਹੀ ਭਾਗ ਹੈ। ਇਸ ਵਿੱਚ ਅਸੀਂ ਸਾਹ ਕਿਰਿਆ ਦੇ ਬਾਰੇ ਹੀ ਪੜ੍ਹਨਾ ਅਸੀਂ ਪੂਰੇ ਡਿਟੇਲ ਦੇ ਵਿੱਚ। ਹੁਣ ਸਾਡਾ ਇਹਦੇ ਵਿੱਚ ਪਹਿਲਾ ਟੌਪਿਕ ਜਿਹੜਾ ਆ, ਅਸੀਂ ਸਾਹ ਕਿਉਂ ਲੈਂਦੇ ਹਾਂ। ਵਾਈ ਡੂ ਵੀ ਬਰੀਥ ਦਾ ਮਤਲਬ ਹੁੰਦਾ ਸਾਹ ਲੈਣਾ। ਕਿਉਂ ਲੈਂਦੇ ਹਾਂ ਅਸੀਂ ਸਾਹ, ਇਸ ਬਾਰੇ ਚਰਚਾ ਕਰ ਰਹੇ ਹਾਂ। ਹੁਣ ਪਹਿਲਾਂ ਅਸੀਂ ਸਾਡਾ ਸਰੀਰ, ਪਹਿਲਾਂ ਥੋੜ੍ਹਾ ਬਹੁਤਾ ਤਾਂ ਜਾਣਕਾਰੀ ਹੈ ਸਾਨੂੰ ਸੈੱਲਾਂ ਦੀ, ਕਿ ਸਾਡਾ ਸਰੀਰ ਜਿਹੜਾ ਆ ਸੈੱਲਾਂ ਦੇ ਨਾਲ ਬਣਿਆ। ਉਹ ਸੈੱਲ ਨਹੀਂ ਜਿਹੜੇ ਬੈਟਰੀ 'ਚੋਂ ਕੱਢੇ ਹੋ ਆ, ਠੀਕ ਹੈ, ਇੱਕ ਦਾ ਨੈਗੇਟਿਵ ਟਰਮੀਨਲ, ਇੱਕ ਪੋਜ਼ੀਟਿਵ ਟਰਮੀਨਲ, ਉਹਦੇ ਨਾਲ ਨਹੀਂ। ਇਹ ਕੀ ਆ, ਸਾਡੇ ਸਰੀਰ ਜਿਹੜਾ ਆ ਇਹ ਕੀ ਆ, ਰਚਨਾਤਮਕ ਅਤੇ ਕਿਰਿਆਤਮਕ ਇਕਾਈ ਆ ਸਾਡੇ ਸੈੱਲ ਦੀ। ਸਾਡਾ ਸਰੀਰ ਜਿਹੜਾ ਆ ਨਾ, ਇੱਕ ਸੈੱਲ ਜੋੜ ਕੇ ਫੇ ਬਣਿਆ ਆ। ਜਿੱਦਾਂ ਇੱਕ ਕਮਰਾ ਹੁੰਦਾ ਨਾ ਪੂਰਾ, ਜਾਂ ਪੂਰਾ ਘਰ ਇੱਕ ਇੱਟ ਜੋੜ ਕੇ ਫੇ ਬਣਦਾ ਨਾ ਇੱਕ ਘਰ, ਉਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਆ ਉਹ ਵੀ ਕੀ ਇੱਕ ਸੈੱਲ ਜੋੜ ਕੇ ਬਣਿਆ ਹੈ। ਇੱਕ ਸੈੱਲ ਜੋੜ ਕੇ ਅੰਗ ਬਣੇ, ਅੰਗਾਂ ਤੋਂ ਪੂਰੀ ਜਿਹੜੀ ਬਾਡੀ ਆ ਵਿਕਸਿਤ ਹੋਈ। ਪਹਿਲਾਂ ਸੈੱਲ, ਸੈੱਲਾਂ ਤੋਂ ਅੰਗ, ਅੰਗਾਂ ਤੋਂ ਪੂਰੀ ਬਾਡੀ ਵਿਕਸਿਤ ਹੋਈ। ਹੁਣ ਜਿਹੜਾ ਸਾਡਾ ਸਰੀਰ ਆ ਉਹ ਬਣਿਆ ਸੈੱਲਾਂ ਤੋਂ, ਠੀਕ ਹੈ। ਹੁਣ ਸੈੱਲਾਂ ਦੇ ਵਿੱਚ ਬਹੁਤ ਸਾਰੀਆਂ ਕਿਰਿਆਵਾਂ ਹੁੰਦੀਆਂ। ਅਸੀਂ ਚੈਪਟਰ 2 ਦੇ ਵਿੱਚ ਪੜ੍ਹਿਆ ਆ ਜੰਤੂਆਂ ਵਿੱਚ ਪੋਸ਼ਣ, ਨਿਊਟ੍ਰੀਸ਼ਨ ਇਨ ਐਨੀਮਲਸ ਦੇ ਵਿੱਚ ਅਸੀਂ ਪੜ੍ਹਿਆ ਪੋਸ਼ਣ ਕਿਰਿਆ ਬਾਰੇ, ਮਲ ਨਿਕਾਸ ਕਿਰਿਆ ਬਾਰੇ, ਪ੍ਰਜਨਨ ਕਿਰਿਆ ਬਾਰੇ ਅਸੀਂ ਪੜ੍ਹਨਾ ਅਜੇ ਆਦਿ। ਇਹ ਸਾਰੀਆਂ ਸੈੱਲਾਂ ਦੇ ਅੰਦਰ ਹੋਣ ਵਾਲੀਆਂ ਕਿਰਿਆਵਾਂ, ਠੀਕ ਹੈ। ਹੁਣ ਇਹ ਜਿੰਨੀਆਂ ਵੀ ਕਿਰਿਆਵਾਂ ਹਨ, ਇਹਨਾਂ ਲਈ ਚਾਹੀਦੀ ਆ ਊਰਜਾ। ਕੀ ਚਾਹੀਦੀ ਆ ਵੀ? ਊਰਜਾ। ਇਹ ਸਾਰੀਆਂ ਕਿਰਿਆਵਾਂ ਲਈ ਸਾਨੂੰ ਕੀ ਚਾਹੀਦੀ ਆ? ਊਰਜਾ। ਹੁਣ ਤੁਸੀਂ ਅਕਸਰ ਦੇਖਿਆ ਹੋਣਾ, ਤੁਹਾਡੇ ਮਾਤਾ ਪਿਤਾ ਕੀ ਕਹਿੰਦੇ ਆ ਕਿ ਸਮੇਂ ਸਿਰ ਤੁਸੀਂ ਭੋਜਨ ਲਓ। ਕਾਹਤੋਂ ਕਹਿੰਦੇ ਆ ਭੋਜਨ ਲਓ? ਕਿਉਂਕਿ ਭੋਜਨ ਤੋਂ ਸਾਨੂੰ ਕੀ ਮਿਲਦੀ ਆ? ਸਾਹ ਕਿਰਿਆ ਦੌਰਾਨ ਊਰਜਾ। ਜਦੋਂ ਅਸੀਂ ਭੋਜਨ ਖਾਂਦੇ ਆ, ਠੀਕ ਹੈ, ਉਹ ਤੋਂ ਕੀ ਮਿਲਦੀ ਆ ਸਾਨੂੰ? ਊਰਜਾ। ਊਰਜਾ ਕਦੋਂ ਮਿਲਦੀ ਆ? ਜਦੋਂ ਅਸੀਂ ਸਾਹ ਲੈਂਦੇ ਹਾਂ। ਜੇ ਸਾਡੇ ਸਾਹ ਬੰਦ ਹੋ ਗਏ ਤਾਂ ਸਾਨੂੰ ਊਰਜਾ ਵੀ ਨਹੀਂ ਮਿਲਣੀ, ਠੀਕ ਹੈ। ਕਿਉਂਕਿ ਭੋਜਨ, ਮਾਤਾ ਪਿਤਾ ਇਸ ਕਰਕੇ ਕਹਿੰਦੇ ਆ ਭੋਜਨ ਲੈਣ ਲਈ, ਕਿਉਂਕਿ ਸਾਨੂੰ ਭੋਜਨ ਤੋਂ ਹੀ ਊਰਜਾ ਮਿਲਦੀ ਆ, ਠੀਕ ਹੈ। ਇਹ ਕਿਸ ਤਰ੍ਹਾਂ ਹੁੰਦਾ ਮੈਂ ਤੁਹਾਨੂੰ ਦੱਸਦਾ ਥੋੜ੍ਹਾ ਜਿਹਾ, ਠੀਕ ਹੈ। ਜਿੱਦਾਂ ਹੀ ਅਸੀਂ ਸਾਹ ਲੈਂਦੇ ਹਾਂ, ਹਵਾ ਦੇ ਵਿੱਚ ਹੁੰਦੀ ਹੈ ਆਕਸੀਜਨ ਗੈਸ। ਜਿੱਦਾਂ ਹੀ ਆਕਸੀਜਨ ਗੈਸ ਸਾਡੇ ਫੇਫੜਿਆਂ ਤੱਕ ਜਾਂਦੀ ਹੈ, ਉਹ ਫੇਫੜੇ ਅਲੱਗ-ਅਲੱਗ ਅੰਗਾਂ ਤੱਕ ਪਹੁੰਚਾ ਦਿੰਦੇ ਆ ਆਕਸੀਜਨ ਨੂੰ। ਅੰਗਾਂ ਤੱਕ ਪਹੁੰਚਾ ਕੇ ਉਹ ਸੈੱਲਾਂ ਤੱਕ ਵੀ ਪਹੁੰਚਾਉਂਦੇ, ਅਖੀਰ ਵਿੱਚ ਅੰਤ ਵਿੱਚ ਸੈੱਲਾਂ ਤੱਕ ਪਹੁੰਚ ਜਾਂਦੀ ਜਿਹੜੀ ਆਕਸੀਜਨ। ਹੁਣ ਆਕਸੀਜਨ ਦੇ ਅੰਦਰ ਜਿਹੜਾ ਭੋਜਨ ਜਿਹੜਾ ਸੈੱਲਾਂ ਦੇ ਅੰਦਰ ਭੋਜਨ ਹੁੰਦਾ ਆ, ਆਕਸੀਜਨ ਕੀ ਕਰਦੀ ਆ? ਉਹ ਭੋਜਨ ਨੂੰ ਤੋੜ ਦਿੰਦੀ ਆ ਤੇ ਊਰਜਾ ਵਿੱਚ ਬਦਲ ਦਿੰਦੀ ਆ। ਹੁਣ ਸਾਡਾ ਇੱਕ ਕੁਐਸਚਨ ਇਹ ਤੇ ਮੇਨ ਪ੍ਰਸ਼ਨ ਜਿਹੜਾ ਉੱਠਦਾ ਆ ਕਿ ਸੈੱਲਾਂ ਦੇ ਅੰਦਰ ਭੋਜਨ ਕਿੱਦਾਂ ਗਿਆ? ਅਸੀਂ ਚੈਪਟਰ 2 ਦੇ ਵਿੱਚ ਪੜ੍ਹਿਆ ਸੀਗਾ, ਜਦੋਂ ਅਸੀਂ ਭੋਜਨ ਖਾਂਦੇ ਆ, ਠੀਕ ਹੈ, ਜਦੋਂ ਉਸ ਦਾ ਪਾਚਨ ਹੋ ਜਾਂਦਾ ਆ, ਛੋਟੀ ਆਂਦਰ ਦੇ ਅੰਦਰ ਤੱਕ ਪਹੁੰਚ ਜਾਂਦੀਆਂ, ਉਹਦੇ ਵਿੱਚ ਉਂਗਲਾਂ ਵਰਗੀਆਂ ਰਚਨਾਵਾਂ ਹੁੰਦੀਆਂ ਨੇ, ਫਿੰਗਰ ਲਾਈਕ ਸਟਰਕਚਰਸ, ਜਿਹਨੂੰ ਕਹਿੰਦੇ ਅਸੀਂ ਵਿਲਾਈਸ, ਠੀਕ ਹੈ।
ਰਸ ਅੰਕੁਰ ਜਿਨ੍ਹਾਂ ਨੂੰ ਕਹਿੰਦੇ ਆ, ਉਹ ਰਸ ਅੰਕੁਰ ਕੀ ਕਰਦੇ ਸੀ, ਭੋਜਨ ਦਾ ਸੋਖਣ ਕਰਕੇ ਉਹ ਅਲੱਗ-ਅਲੱਗ ਅੰਗਾਂ ਤੱਕ ਭੋਜਨ ਨੂੰ ਪਹੁੰਚਾ ਦਿੰਦੇ ਸੀ। ਅੰਗਾਂ ਤੋਂ ਕਿੱਥੇ ਤੱਕ ਪਹੁੰਚਦਾ ਸੀਗਾ ਭੋਜਨ, ਸੈੱਲਾਂ ਦੇ ਵਿੱਚ। ਹੁਣ ਉਹ ਵਾਲਾ ਜਿਹੜਾ ਸੈੱਲਾਂ ਦੇ ਅੰਦਰ ਭੋਜਨ ਹੁੰਦਾ ਆ, ਉਹ ਆਕਸੀਜਨ ਉਸ ਭੋਜਨ ਨੂੰ ਤੋੜ ਦਿੰਦੀ ਆ। ਤੋੜ ਕੇ ਉਹ ਜਿਹੜੀ ਜਿੱਦਾਂ ਹੀ ਭੋਜਨ ਟੁੱਟਦਾ ਆ, ਉਹ ਕਿਹਦੇ ਵਿੱਚ ਬਦਲ ਜਾਂਦਾ, ਊਰਜਾ ਦੇ ਵਿੱਚ। ਠੀਕ ਹੈ, ਇੱਕ ਵਾਰ ਮੈਂ ਫੇਰ ਦੱਸ ਦਿੰਦਾ, ਜਦੋਂ ਅਸੀਂ ਸਾਹ ਲੈਂਦੇ ਹਾਂ, ਜਿਹੜੀ ਹਵਾ ਦੇ ਅੰਦਰ ਹੁੰਦੀ ਹੈ ਆਕਸੀਜਨ ਪਹਿਲਾਂ ਸਾਡੇ ਫੇਫੜਿਆਂ ਤੱਕ ਜਾਂਦੀ ਹੈ, ਫੇਫੜਿਆਂ ਤੋਂ ਫਿਰ ਅਲੱਗ-ਅਲੱਗ ਭਾਗਾਂ ਤੱਕ, ਸਰੀਰ ਦੇ ਅਲੱਗ-ਅਲੱਗ ਭਾਗਾਂ ਤੱਕ ਪਹੁੰਚ ਜਾਂਦੀ ਹੈ। ਉਹ ਅੰਤ ਵਿੱਚ ਕਿੱਥੇ ਪਹੁੰਚਦੀ ਹੈ, ਰਚਨਾਤਮਕ ਅਤੇ ਕਿਰਿਆਤਮਕ ਇਕਾਈ ਜਿਹਨੂੰ ਅਸੀਂ ਕਹਿੰਦੇ ਹਾਂ ਸੈੱਲ, ਉੱਥੇ ਤੱਕ ਪਹੁੰਚਦੀ ਹੈ। ਹੁਣ ਸੈੱਲਾਂ ਦੇ ਅੰਦਰ ਕਿੱਥੇ ਕੀ ਹੁੰਦਾ, ਭੋਜਨ, ਜਿਹੜਾ ਅਸੀਂ ਭੋਜਨ ਖਾਂਦੇ ਹਾਂ। ਠੀਕ ਹੈ, ਉਹ ਭੋਜਨ ਨੂੰ ਤੋੜ ਕੇ ਊਰਜਾ ਵਿੱਚ ਬਦਲ ਦਿੰਦੀ ਆ। ਫਿਰ ਊਰਜਾ ਉਹ ਸਾਡੇ ਪੂਰੇ ਸਰੀਰ ਨੂੰ ਮਿਲਦੀ ਆ। ਇਸ ਕਰਕੇ ਸਾਹ ਕਿਰਿਆ ਜ਼ਰੂਰੀ ਹੈ। ਜੇ ਸਾਹ ਕਿਰਿਆ ਨਹੀਂ ਹੈ ਤਾਂ ਸਾਡੀ ਹੋਂਦ ਨਹੀਂ ਹੋ ਸਕਦੀ। ਇਹ ਬਹੁਤ ਹੀ ਇੰਪੋਰਟੈਂਟ ਕਿਰਿਆ ਆ, ਰੈਸਪੀਰੇਸ਼ਨ। ਓਕੇ, ਕਿਉਂਕਿ ਇਹ ਵਾਲੀ ਜਿਹੜੀ ਕਿਰਿਆ ਆ ਸੈੱਲਾਂ ਦੇ ਅੰਦਰ ਹੁੰਦੀ ਆ, ਇਸ ਕਰਕੇ ਇਹਨਾਂ ਨੂੰ ਕਹਿੰਦੇ ਆ ਸੈੱਲਮਈ ਸਾਹ ਕਿਰਿਆ, ਸੈਲੂਲਰ ਰੈਸਪੀਰੇਸ਼ਨ। ਇਸ ਪ੍ਰਕਿਰਿਆ ਵਿੱਚ ਸੈੱਲਾਂ ਦੇ ਅੰਦਰ ਜਿਹੜਾ ਭੋਜਨ ਆ ਉਹ ਊਰਜਾ ਵਿੱਚ ਬਦਲ ਜਾਂਦਾ। ਇਸ ਕਰਕੇ ਇਹਨੂੰ ਕੀ ਕਹਿੰਦੇ ਆ, ਸੈੱਲਮਈ ਸਾਹ ਕਿਰਿਆ। ਇਟ ਇਜ਼ ਅ ਪ੍ਰੋਸੈਸ ਇਨ ਵਿਚ ਫੂਡ ਬ੍ਰੇਕਸ ਇਨਟੂ ਐਨਰਜੀ ਇਨਸਾਈਡ ਦਾ ਸੈੱਲ। ਇਹ ਕਿਉਂਕਿ ਇਨਸਾਈਡ ਦਾ ਸੈੱਲ ਹੁੰਦੀ ਹੈ, ਇਸ ਕਰਕੇ ਸੈਲੂਲਰ ਰੈਸਪੀਰੇਸ਼ਨ ਕਹਿੰਦੇ ਹਾਂ ਅਸੀਂ ਇਹਨੂੰ। ਓਕੇ, ਮੈਨੂੰ ਲੱਗਦਾ ਕਿ ਹੁਣ ਜਿਹੜਾ 90% ਜਿਹੜਾ ਕਲੀਅਰ ਹੋ ਗਿਆ। ਠੀਕ ਹੈ, ਹੁਣ ਅਸੀਂ ਆਨਸਰ ਦੇ ਸਕਦੇ ਹਾਂ, ਸਾਹ ਕਿਰਿਆ ਅਸੀਂ ਕਿਉਂ ਕਰਦੇ ਹਾਂ, ਵਾਈ ਡੂ ਵੀ ਬਰੀਥ। ਬਹੁਤ ਸਾਰੀਆਂ ਸਰੀਰਕ ਕਿਰਿਆਵਾਂ ਕਰਨ ਲਈ ਸਰੀਰ ਨੂੰ ਊਰਜਾ ਦੀ ਲੋੜ ਹੁੰਦੀ ਹੈ, ਤੇ ਊਰਜਾ ਸਾਨੂੰ ਸਾਹ ਕਿਰਿਆ ਦੌਰਾਨ ਆਉਂਦੀ ਹੈ। ਊਰਜਾ ਕਦੋਂ ਪੈਦਾ ਹੁੰਦੀ ਹੈ, ਜਦੋਂ ਅਸੀਂ ਸਾਹ ਕਿਰਿਆ ਕਰਦੇ ਹਾਂ। ਇਸ ਲਈ ਸਾਹ ਲੈਣਾ ਬਹੁਤ ਹੀ ਜ਼ਰੂਰੀ ਹੈ। ਟੂ ਕੈਰੀ ਆਊਟ ਵੇਰੀਅਸ ਫਿਜ਼ੀਕਲ ਐਕਟੀਵਿਟੀਜ਼ ਸਾਰੀਆਂ ਫਿਜ਼ੀਕਲ ਐਕਟੀਵਿਟੀਜ਼ ਲਿਖੀਆਂ। ਟੂ ਕੈਰੀ ਆਊਟ ਵੇਰੀਅਸ ਫਿਜ਼ੀਕਲ ਐਕਟੀਵਿਟੀਜ਼ ਇਨ ਦਾ ਬੋਡੀ we need energy, and that energy we gets from respiration। ਠੀਕ ਹੈ, ਓਕੇ। ਹੁਣ ਇੱਥੇ ਤੱਕ ਇਹ ਸੀਗਾ ਅਸੀਂ ਸਾਹ ਕਿਉਂ ਲੈਂਦੇ ਹਾਂ। ਹੁਣ ਸਾਹ ਕਿਰਿਆ ਕਿਸ ਤਰ੍ਹਾਂ ਹੁੰਦੀ ਆ, ਇਹਦੀ ਕੈਮੀਕਲ ਪ੍ਰੋਸੈਸ, ਕੈਮੀਕਲੀ ਵੀ ਇਹਨੂੰ ਦੇਖਦੇ ਹਾਂ ਅਗਲੇ ਟੌਪਿਕ ਦੇ ਅੰਦਰ। ਓਕੇ, ਹੁਣ ਅਸੀਂ ਗੱਲ ਕਰਨੀ ਆ ਕੀ ਹੁੰਦਾ ਹੈ ਜਦੋਂ ਸਾਹ ਕਿਰਿਆ ਹੁੰਦੀ ਹੈ। what happens during respiration। ਅਸਲ ਵਿੱਚ ਕੀ ਹੁੰਦਾ ਜਦੋਂ ਸਾਹ ਕਿਰਿਆ ਹੁੰਦੀ ਹੈ। ਹੁਣ ਜਦੋਂ ਅਸੀਂ ਆਕਸੀਜਨ ਯੁਕਤ ਹਵਾ ਨੂੰ ਸਰੀਰ ਦੇ ਅੰਦਰ ਲੈਂਦੇ ਹਾਂ, ਤੇ ਉਹ ਆਕਸੀਜਨ ਗੈਸ ਜਿਹੜੀ ਆ ਖੂਨ ਦੇ ਰਾਹੀਂ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚ ਜਾਂਦੀ ਹੈ। ਅੰਤ ਵਿੱਚ ਉਹ ਕਿੱਥੇ ਪਹੁੰਚਦੀ ਹੈ, ਸੈੱਲਾਂ ਦੇ ਵਿੱਚ। ਹੁਣ ਮੈਂ ਪਹਿਲਾਂ ਵੀ ਦੱਸਿਆ ਸੀਗਾ, ਸੈੱਲਾਂ ਦੇ ਅੰਦਰ ਹੁੰਦਾ ਸਾਡਾ ਸੋਖਿਆ ਹੋਇਆ ਭੋਜਨ। ਠੀਕ ਹੈ, ਉਹ ਭੋਜਨ ਦੇ ਵਿੱਚ ਹੁੰਦਾ ਗਲੂਕੋਸ। ਹੁਣ ਜਿੱਦਾਂ ਹੀ ਆਕਸੀਜਨ ਗਲੂਕੋਸ ਦੇ ਸੰਪਰਕ ਵਿੱਚ ਆਉਂਦੀ ਆ, ਭੋਜਨ ਦੇ ਅੰਦਰ ਜਿਹੜਾ ਗਲੂਕੋਸ ਆ, ਮੈਂ ਗੱਲ ਕਰਦਾ ਹਾਂ ਭੋਜਨ ਦੇ ਅੰਦਰ ਕੀ ਹੁੰਦਾ, ਗਲੂਕੋਸ। ਜਿੱਦਾਂ ਹੀ ਆਕਸੀਜਨ ਗਲੂਕੋਸ ਦੇ ਸੰਪਰਕ ਵਿੱਚ ਆਉਂਦੀ ਆ, ਉਹ ਉਸ ਨੂੰ ਤੋੜ ਦਿੰਦੀ ਆ ਕਾਰਬਨ ਡਾਈਆਕਸਾਈਡ, ਪਾਣੀ ਅਤੇ ਊਰਜਾ ਦੇ ਵਿੱਚ। ਉਹ ਜਿਹੜੀ ਊਰਜਾ ਆ ਫਿਰ ਸਾਡੇ ਸਰੀਰ ਦੇ ਜਿਹੜੀ ਆ ਲਾਭਦਾਇਕ ਹੈ। ਉਸ ਦੇ ਨਾਲ ਹੀ ਸਾਡੀਆਂ ਸਾਰੀਆਂ ਸਰੀਰਕ ਕਿਰਿਆਵਾਂ ਹੁੰਦੀਆਂ ਹਨ। ਫਿਰ ਤੋਂ ਦੁਬਾਰਾ ਦੱਸ ਦਿੰਦਾ, ਜਿਹੜੀ ਆਕਸੀਜਨ ਗੈਸ ਅਸੀਂ ਅੰਦਰ ਲੈਂਦੇ ਹਾਂ, ਆਹ ਦੇਖੋ ਆਕਸੀਜਨ ਗੈਸ ਅਸੀਂ ਅੰਦਰ ਲਈ, ਉਹ ਕਿਹਦੇ ਨਾਲ ਕਿਰਿਆ ਕਰਦੀ ਆ, ਜਿਹੜਾ ਸਾਡਾ ਭੋਜਨ ਦੇ ਅੰਦਰ ਗਲੂਕੋਜ਼ ਹੁੰਦਾ ਆ, ਉਹਦੇ ਨਾਲ ਦੋਨੇ ਹੀ ਆਪਸ ਵਿੱਚ ਕਿਰਿਆ ਕਰਕੇ, ਆ ਦੋਨੇ ਜੋੜ ਦਿੱਤੇ ਨਾ ਮੈਂ, ਰਸਾਇਣਿਕ ਸਮੀਕਰਨ, ਕੈਮੀਕਲ ਇਕੁਏਸ਼ਨ ਦੇ ਨਾਲ ਮੈਂ ਦਰਸਾਇਆ ਇਸ ਨੂੰ। ਜਿਹੜਾ ਗਲੂਕੋਜ਼ ਦਾ ਫਾਰਮੂਲਾ ਹੁੰਦਾ C6H12O6, ਇਹ ਮੂੰਹ ਜਵਾਨੀ ਤੁਹਾਨੂੰ ਰਟਿਆ ਹੋਣਾ ਚਾਹੀਦਾ। ਗਲੂਕੋਜ਼ ਦਾ ਫਾਰਮੂਲਾ, ਗਲੂਕੋਜ਼ ਆਕਸੀਜਨ ਦੇ ਸੰਪਰਕ ਵਿੱਚ ਜਦੋਂ ਆਉਂਦਾ ਹੈ
ਆਕਸੀਜਨ ਗੈਸ ਅਸੀਂ ਸਾਹ ਕਿਰਿਆ ਦੌਰਾਨ ਅੰਦਰ ਲੈ ਕੇ ਜਾਂਦੇ ਹਾਂ, ਉਹ ਪਹੁੰਚਦੀ ਸੈੱਲਾਂ ਤੱਕ। ਸੈੱਲਾਂ ਦੇ ਅੰਦਰ ਕੀ ਹੁੰਦਾ? ਭੋਜਨ। ਭੋਜਨ ਦੇ ਅੰਦਰ ਹੁੰਦਾ ਗਲੂਕੋਜ਼। ਆਕਸੀਜਨ ਅਤੇ ਭੋਜਨ ਆਪਸ ਵਿੱਚ ਕਿਰਿਆ ਕਰਕੇ ਕਾਰਬਨ ਡਾਈਆਕਸਾਈਡ, ਪਾਣੀ ਅਤੇ ਊਰਜਾ ਵਿੱਚ ਬਦਲ ਜਾਂਦੇ ਆ। ਇਹ ਕੀ ਆ? ਆਕਸੀਜਨ ਗੈਸ ਗਲੂਕੋਜ਼ ਨੂੰ ਤੋੜ ਦਿੰਦੀ ਆ, ਉਹਨੂੰ ਕੀ ਕਰ ਦਿੰਦੀ? ਉਹਦਾ ਵਿਖੰਡਨ ਕਰਦੀ ਆ। ਵਿਖੰਡਨ ਕੀ ਹੁੰਦਾ? ਬ੍ਰੇਕਡਾਊਨ। ਉਸ ਨੂੰ ਤੋੜ ਕੇ ਕਾਰਬਨ ਡਾਈਆਕਸਾਈਡ, ਪਾਣੀ ਅਤੇ ਊਰਜਾ ਵਿੱਚ ਬਦਲ ਦਿੰਦੀ ਹੈ। ਊਰਜਾ ਦੇ ਨਾਲ ਸਾਡੀਆਂ ਸਾਰੀਆਂ ਸਰੀਰਕ ਕਿਰਿਆਵਾਂ ਹੁੰਦੀਆਂ ਹਨ। ਹੁਣ ਅਸੀਂ ਗੱਲ ਕਰਨੀ ਆ ਆਕਸੀ ਸਾਹ ਕਿਰਿਆ। ਜਦੋਂ ਗਲੂਕੋਜ਼ ਦਾ ਵਿਖੰਡਨ, ਗਲੂਕੋਜ਼ ਦਾ ਵਿਖੰਡਨ ਆ, ਗਲੂਕੋਜ਼ ਹੈ ਨਾ, ਗਲੂਕੋਜ਼ ਦਾ ਵਿਖੰਡਨ ਆਕਸੀਜਨ ਦੀ ਹੋਂਦ ਵਿੱਚ ਹੁੰਦਾ ਹੈ। ਆਕਸੀਜਨ ਇੱਥੇ ਹੈਗੀ ਹੈ ਨਾ, ਇਹ ਆਕਸੀਜਨ ਦੀ ਹੋਂਦ ਵਿੱਚ ਹੋਇਆ ਇਹਦਾ ਵਿਖੰਡਨ। ਉਸ ਨੂੰ ਕਹਿੰਦੇ ਅਸੀਂ ਆਕਸੀ ਸਾਹ ਕਿਰਿਆ ਜਾਂ ਫਿਰ ਐਰੋਬਿਕ ਰੈਸਪੀਰੇਸ਼ਨ। ਦਿਸ ਇਜ਼ ਅ ਪ੍ਰੋਸੈਸ ਇਨ ਵਿਚ breakdown of glucose in presence of oxygens take place। ਜਿਹੜਾ ਗਲੂਕੋਜ਼ ਦਾ ਬ੍ਰੇਕਡਾਊਨ ਆ ਉਹ ਆਕਸੀਜਨ ਦੀ ਮੌਜੂਦਗੀ ਵਿੱਚ ਹੋਵੇ, ਉਸ ਨੂੰ ਕਹਿੰਦੇ ਆ ਅਸੀਂ ਆਕਸੀ ਸਾਹ ਕਿਰਿਆ। ਹੁਣ ਸਾਡੇ ਅੰਦਰ ਜਿਹੜੀ ਆ ਆਕਸੀ ਸਾਹ ਕਿਰਿਆ ਹੁੰਦੀ ਹੈ, ਠੀਕ ਹੈ। ਹੁਣ ਅਸੀਂ ਗੱਲ ਕਰਨੀ ਆ ਅਣਆਕਸੀ ਸਾਹ ਕਿਰਿਆ ਦੇ ਬਾਰੇ। ਇਹ ਵੀ ਸਾਡੇ ਸਰੀਰ ਦੇ ਅੰਦਰ ਹੁੰਦੀ ਹੈ, ਇਹ ਵੀ ਦੱਸਦਾ ਮੈਂ ਤੁਹਾਨੂੰ ਕਿੱਦਾਂ ਹੁੰਦੀ ਹੈ, ਠੀਕ ਹੈ। ਅਣਆਕਸੀ ਸਾਹ ਕਿਰਿਆ, ਜਦੋਂ ਗਲੂਕੋਜ਼ ਦਾ ਵਿਖੰਡਨ ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਹੋਵੇ। ਇੱਥੇ ਤਾਂ ਚਾਹੀਦੀ ਸੀਗੀ ਆਕਸੀਜਨ ਆ ਕਿਰਿਆ ਹੋਣੇ ਨੂੰ, ਇੱਥੇ ਚਾਹੀਦੀ ਆ ਆਕਸੀਜਨ ਦੀ ਲੋੜ ਨਹੀਂ ਹੁੰਦੀ। ਉੱਥੇ ਕੀ ਹੋ ਜਾਂਦਾ? ਗਲੂਕੋਜ਼ ਦਾ ਜਿਹੜਾ ਵਿਖੰਡਨ ਆ ਉਹ ਬਣ ਜਾਂਦਾ ਇਥਾਈਲ ਐਲਕੋਹਲ। ਇਹ ਕੀ ਹੈ? ਇਥਾਈਲ ਐਲਕੋਹਲ, C2H5OH। ਇਹ ਹੈਗਾ ਇਥਾਈਲ ਐਲਕੋਹਲ, ਕਾਰਬਨ ਡਾਈਆਕਸਾਈਡ ਅਤੇ ਊਰਜਾ। The process in which breakdown of glucose in absence of oxygen take place। ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਜਿਹੜੀ ਰੈਸਪੀਰੇਸ਼ਨ ਹੋਵੇ ਉਹਨੂੰ ਕਹਿੰਦੇ ਹਾਂ ਅਸੀਂ ਐਨਅਰੋਬਿਕ ਰੈਸਪੀਰੇਸ਼ਨ ਜਾਂ ਫਿਰ ਅਣਆਕਸੀ ਸਾਹ ਕਿਰਿਆ। ਗਲੂਕੋਜ਼ ਦਾ ਵਿਖੰਡਨ ਆਕਸੀਜਨ ਦੀ ਗੈਰ ਮੌਜੂਦ। ਇੱਥੇ ਦੇਖੋ ਤਾਂ ਆਕਸੀਜਨ ਹੈਗੀ ਹੈ ਪਰ ਫੇਰ ਵੀ ਟੁੱਟ ਗਿਆ ਇਹ, ਇਹਦਾ ਵਿਖੰਡਨ ਹੋ ਗਿਆ ਗਲੂਕੋਜ਼ ਦਾ। ਇੱਥੇ ਵੀ ਗਲੂਕੋਜ਼ ਦਾ ਵਿਖੰਡਨ ਹੋਇਆ ਪਰ ਆਕਸੀਜਨ ਦੀ ਮੌਜੂਦਗੀ ਵਿੱਚ ਹੋਇਆ। ਹੁਣ ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਕਿਹਦੇ ਵਿੱਚ ਬਦਲ ਗਿਆ ਉਹ? ਇਥਾਈਲ ਐਲਕੋਹਲ, ਕਾਰਬਨ ਡਾਈਆਕਸਾਈਡ ਅਤੇ ਊਰਜਾ। ਇਹ ਕਿਹਦੇ ਵਿੱਚ ਹੁੰਦੀ? ਖਮੀਰ ਵਰਗੇ ਇੱਕ ਸੈਲੀ ਜੀਵਾਂ ਦੇ ਅੰਦਰ। ਉਹ ਇਹਨਾਂ ਵਿੱਚ ਐਨਰੋਬਿਕ ਰੈਸਪੀਰੇਸ਼ਨ ਹੁੰਦੀ ਆ, ਅਣਆਕਸੀ ਸਾਹ ਕਿਰਿਆ ਹੁੰਦੀ ਆ, ਜਿਹਦੇ ਦੌਰਾਨ ਕਾਰਬਨ ਡਾਈਆਕਸਾਈਡ ਅਤੇ ਊਰਜਾ ਪੈਦਾ ਹੁੰਦੀ ਹੈ, ਨਾਲ ਇਥਾਈਲ ਐਲਕੋਹਲ ਬਣਦਾ ਆ। ਇਹ ਜਿਹੜਾ ਖਮੀਰ ਆ, ਇਹ ਐਲਕੋਹਲ, ਇਥਾਈਲ ਐਲਕੋਹਲ ਜਿਹੜਾ ਪੀਣ ਵਾਲਾ ਡਰਿੰਕਿੰਗ ਐਲਕੋਹਲ ਬਣਾਉਣੇ ਵਿੱਚ ਵੀ ਕੰਮ ਆਉਂਦੀ ਹੈ। ਬੇਕਰੀ ਦੇ ਸਮਾਨ ਬਣਾਉਣੇ ਵਿੱਚ ਆਉਂਦੀ, ਜਿੱਦਾਂ ਬ੍ਰੈਡ, ਇਡਲੀ, ਡੋਸਾ ਹੋ ਗਿਆ, ਉਹਦੇ ਵਿੱਚ ਵੀ ਬਣਾਉਣ ਦੇ ਕੰਮ ਆਉਂਦੀ ਆ ਖਮੀਰ ਜਿਹੜੀ ਆ, ਕਿਉਂਕਿ ਇਹਦੇ ਵਿੱਚ ਕੀ ਹੁੰਦੀ ਆ? ਅਣਆਕਸੀ ਸਾਹ ਕਿਰਿਆ। ਓਕੇ, ਹੁਣ ਜਿਹੜੀ ਅਣਆਕਸੀ ਸਾਹ ਕਿਰਿਆ ਹੁੰਦੀ ਆ ਸਾਡੇ ਸਰੀਰ ਦੇ ਅੰਦਰ ਵੀ ਹੋਣ ਲੱਗ ਪੈਂਦੀ ਆ ਡਿਊਰਿੰਗ ਇਨਸਫੀਸ਼ੀਐਂਟ ਸਪਲਾਈ ਆਫ ਆਕਸੀਜਨ। ਆਕਸੀਜਨ ਦੀ ਘੱਟ ਮੌਜੂਦਗੀ ਵਿੱਚ ਇਹ ਵਾਲੀ ਅਣਆਕਸੀ ਸਾਹ ਕਿਰਿਆ ਸਾਡੇ ਸਰੀਰ ਦੇ ਅੰਦਰ ਵੀ ਹੁੰਦੀ ਹੈ। ਓਕੇ, ਇਹ ਕਿੱਦਾਂ ਹੁੰਦੀ ਹੈ? ਹੁਣ ਜਦੋਂ ਸਾਡਾ ਸਰੀਰ, ਅਸੀਂ ਬਹੁਤ ਸਾਰੀ ਕਸਰਤ ਕਰ ਲੈਂਦੇ ਹਾਂ, ਠੀਕ ਹੈ, ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਊਰਜਾ ਦੀ ਲੋੜ ਪੈਂਦੀ ਆ। ਊਰਜਾ ਦੀ ਲੋੜ ਤਾਂ ਜ਼ਿਆਦਾ ਪੈਂਦੀ ਆ, ਪਰ ਜਦੋਂ ਆਕਸੀਜਨ ਦੀ ਸਪਲਾਈ ਜਿਹੜੀ ਘਟ ਜਾਂਦੀ ਹੈ, ਜਦੋਂ ਅਸੀਂ ਮੰਨ ਲਓ ਦੌੜਦੇ ਹਾਂ, ਆਕਸੀਜਨ ਦੀ ਸਾਨੂੰ ਊਰਜਾ ਜ਼ਿਆਦਾ ਚਾਹੀਦੀ ਹੁੰਦੀ ਆ, ਪਰ ਆਕਸੀਜਨ ਦੀ ਸਪਲਾਈ ਜਿਹੜੀ ਅੰਦਰ ਆ ਉਹ ਘਟ ਜਾਂਦੀ ਆ। ਉਸ ਵਿੱਚ ਕੀ ਹੁੰਦਾ ਆ? ਜਿਹੜਾ ਸਾਡਾ ਗਲੂਕੋਜ਼ ਆ ਸੈੱਲਾਂ ਦੇ ਅੰਦਰ, ਜਿਹੜਾ ਗਲੂਕੋਜ਼ ਆ ਉਹ ਕਿਹਦੇ ਵਿੱਚ ਟੁੱਟ ਜਾਂਦਾ? ਲੈਕਟਿਕ ਐਸਿਡ ਦੇ ਵਿੱਚ, ਤੇ ਨਾਲ ਨਿਕਲਦੀ ਊਰਜਾ। ਊਰਜਾ ਉਦੋਂ ਵੀ ਪੈਦਾ ਹੁੰਦੀ ਆ ਅਣਆਕਸੀ ਸਾਹ ਕਿਰਿਆ ਵਿੱਚ, ਪਰ ਉੱਥੇ ਆਕਸੀਜਨ ਦੀ ਅਣਹੋਂਦ ਵਿੱਚ ਜਿਹੜੀ ਊਰਜਾ ਪੈਦਾ ਹੁੰਦੀ ਆ ਉੱਥੇ, ਕਿਉਂਕਿ ਜਿਹੜੀ ਆਕਸੀਜਨ ਦੀ ਸਪਲਾਈ ਜਿਹੜੀ ਸਰੀਰ ਦੇ ਅੰਦਰ ਘਟ ਜਾਂਦੀ ਹੈ, ਸਰੀਰ ਦੇ ਅੰਦਰ ਜਿਹੜੀ ਉਸ ਦੀ ਸਪਲਾਈ ਘਟ ਜਾਂਦੀ ਹੈ, ਉਸ ਵਿੱਚ ਜਿਹੜਾ ਸਾਡੇ ਸਰੀਰ ਦਾ ਗਲੂਕੋਜ਼ ਆ ਉਹ ਲੈਕਟਿਕ ਐਸਿਡ ਵਿੱਚ ਟੁੱਟਦਾ ਹੈ ਤੇ ਨਾਲ ਨਿਕਲਦੀ ਆ ਊਰਜਾ। ਕਦੀ ਤੁਸੀਂ ਦੇਖਿਆ ਹੋਣਾ ਕਿ ਸਾਡੀਆਂ ਮਾਸਪੇਸ਼ੀਆਂ ਜਿਹੜੀਆਂ, ਇਹ ਵਾਲੀ ਜਿਹੜੀ ਕਿਰਿਆ ਹੁੰਦੀ ਮਾਸਪੇਸ਼ੀਆਂ ਦੇ ਅੰਦਰ ਹੁੰਦੀ ਹੈ। ਸੌਰੀ, ਇਹ ਵਾਲੇ ਦੱਸਣੀ ਮੈਂ ਯਾਦ ਭੁੱਲ ਗਿਆ। ਮਾਸਪੇਸ਼ੀਆਂ ਸਾਡੀ ਉਸ ਸਮੇਂ ਅਣਆਕਸੀ ਸਾਹ ਕਿਰਿਆ ਕਰਦੀਆਂ ਹਨ। ਉਹਦੇ ਵਿੱਚ ਕੀ ਹੁੰਦਾ ਆ ਕਿ ਜਿਹੜੀਆਂ ਸਾਡੀਆਂ ਮਾਸਪੇਸ਼ੀਆਂ ਦੇ ਅੰਦਰ ਜਦੋਂ ਅਣਆਕਸੀ ਸਾਹ ਕਿਰਿਆ ਹੁੰਦੀ ਹੈ, ਉਹਦੇ ਅੰਦਰ ਲੈਕਟਿਕ ਐਸਿਡ ਜਮ੍ਹਾਂ ਹੋ ਜਾਂਦਾ। ਉਹਦੇ ਕਰਕੇ ਸਾਡੇ ਸਰੀਰ ਵਿੱਚ ਕਰੈਂਪ ਆਉਂਦੇ ਆ, ਜਾਂ ਸਰੀਰ ਸਾਡਾ ਪੇਨ ਹੋਣ
ਦੁਖਦਾ ਆ ਸਾਡਾ ਸਰੀਰ, ਕਿਉਂਕਿ ਸਾਨੂੰ ਥੋੜ੍ਹੀਆਂ ਕਦੀ ਕਦੀ ਇੱਦਾਂ ਹੁੰਦਾ ਗਿਲਟੀਆਂ ਜਿਹੀਆਂ ਵੱਜ ਗਈਆਂ, ਉਹ ਸਿਰਫ ਲੈਕਟਿਕ ਐਸਿਡ ਦੇ ਇਕੱਠਾ ਹੋਣੇ ਦੇ ਕਾਰਨ ਹੁੰਦੀਆਂ। ਤੁਸੀਂ ਕਦੀ ਕਦੀ ਦੇਖਿਆ ਹੋਣਾ ਕਿ ਜਦੋਂ ਅਸੀਂ ਤੇਲ ਲਾਉਂਦੇ ਹਾਂ ਜਾਂ ਉੱਪਰ ਗਰਮ ਪਾਣੀ ਪਾਉਂਦੇ ਹੁੰਦੇ ਹਾਂ, ਉਹ ਸਾਡੀ ਜਿਹੜੀ ਦਰਦ ਆ ਖਤਮ ਹੋ ਜਾਂਦੀ ਹੈ, ਕਿਉਂਕਿ ਲੈਕਟਿਕ ਐਸਿਡ ਕਿਹਦੇ ਵਿੱਚ ਟੁੱਟ ਜਾਂਦਾ, ਕਾਰਬਨ ਡਾਈਆਕਸਾਈਡ ਅਤੇ ਪਾਣੀ ਦੇ ਵਿੱਚ ਉਦੋਂ ਟੁੱਟ ਜਾਂਦਾ। ਇਸ ਕਰਕੇ ਸਾਨੂੰ ਉੱਥੇ ਰਾਹਤ ਮਿਲਦੀ ਹੈ। ਹੁਣ ਇਹਦੇ ਬਾਰੇ ਅਸੀਂ ਪੇਪਰ ਵਿੱਚ ਮੇਨਲੀ ਜਿਹੜਾ ਕੁਐਸਚਨ ਆਉਂਦਾ ਹੈ, ਆਕਸੀ ਸਾਹ ਕਿਰਿਆ ਅਤੇ ਅਣਆਕਸੀ ਸਾਹ ਕਿਰਿਆ ਵਿੱਚ ਅੰਤਰ ਦੱਸੋ, ਸਮਾਨਤਾਵਾਂ ਵੀ ਦੱਸੋ ਅਤੇ ਅੰਤਰ ਵੀ ਦੱਸੋ। ਇਹ ਕੁਐਸਚਨ ਬੜਾ ਹੀ ਇੰਪੋਰਟੈਂਟ ਹੈ, ਇਹਦੇ ਬਾਰੇ ਵੀ ਅਸੀਂ ਚਰਚਾ ਕਰਨੀ ਹੈ। ਇੱਕ ਵਾਰ ਮੈਂ ਫੇਰ ਦੱਸ ਦਿੰਦਾ ਇਹਨੂੰ। ਜਿਹੜੀ ਆਕਸੀ ਸਾਹ ਕਿਰਿਆ ਹੁੰਦੀ ਹੈ ਉਹ ਕੀ ਹੁੰਦਾ, ਗਲੂਕੋਜ਼ ਦਾ ਵਿਖੰਡਨ ਜਿਹੜਾ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦਾ ਹੈ। ਇਹਦੇ ਵਿੱਚ ਕੀ ਹੁੰਦਾ, ਸਾਡੇ ਸਰੀਰ ਦਾ ਜਿਹੜਾ ਗਲੂਕੋਜ਼ ਹੈ ਉਹ ਕਿਹਦੇ ਵਿੱਚ ਟੁੱਟ ਜਾਂਦਾ, ਕਾਰਬਨ ਡਾਈਆਕਸਾਈਡ, ਪਾਣੀ ਅਤੇ ਊਰਜਾ ਦੇ ਵਿੱਚ। ਇਹ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦਾ। ਪਰ ਜਿਹੜਾ ਆਹ ਵਾਲੀ ਅਣਆਕਸੀ ਸਾਹ ਕਿਰਿਆ ਹੈ ਇਹ ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਹੁੰਦੇ ਆ। ਇੱਥੇ ਅਲਕੋਹਲ ਬਣਦੇ ਆ ਜਾਂ ਫਿਰ ਲੈਕਟਿਕ ਐਸਿਡ ਬਣ ਜਾਂਦਾ। ਇਹ ਸਾਡੀਆਂ ਮਾਸਪੇਸ਼ੀਆਂ ਦੇ ਅੰਦਰ ਹੁੰਦੀ ਹੈ ਜਦੋਂ ਅਸੀਂ ਬਹੁਤ ਸਾਰੀ ਕਸਰਤ ਕਰ ਲੈਂਦੇ ਹਾਂ, ਕਿਉਂਕਿ ਸਾਡੇ ਸਰੀਰ ਨੂੰ ਜ਼ਿਆਦਾ ਊਰਜਾ ਚਾਹੀਦੀ ਹੁੰਦੀ ਹੈ, ਪਰ ਆਕਸੀਜਨ ਦੀ ਉਦੋਂ ਕਮੀ ਹੁੰਦੀ ਹੈ। ਆਕਸੀਜਨ ਦੀ ਕਮੀ ਕਰਕੇ ਉੱਥੇ ਅਣਆਕਸੀ ਸਾਹ ਕਿਰਿਆ ਹੁੰਦੀ ਹੈ ਸਾਡੀ ਮਾਸਪੇਸ਼ੀਆਂ ਦੇ ਅੰਦਰ। ਉਹਦੇ ਕਰਕੇ ਕੀ ਬਣਦਾ, ਉੱਥੇ ਲੈਕਟਿਕ ਐਸਿਡ, ਜਦੋਂ ਇਸ ਨੂੰ ਧੋ ਲੈਂਦੇ ਹਾਂ ਅਸੀਂ ਗਰਮ ਪਾਣੀ ਦੇ ਨਾਲ ਜਾਂ ਤੇਲ ਮਲਦੇ ਹਾਂ ਉੱਪਰ, ਲੈਕਟਿਕ ਐਸਿਡ, ਕਾਰਬਨ ਡਾਈਆਕਸਾਈਡ ਅਤੇ ਪਾਣੀ ਵਿੱਚ ਟੁੱਟ ਜਾਂਦਾ ਹੈ। ਪਰ ਆ ਵੀ ਜਦੋਂ ਇਹ ਖਮੀਰ ਦੇ ਵਿੱਚ ਵੀ ਹੁੰਦੀ ਆ, ਖਮੀਰ ਵਿੱਚ ਜਿਹੜਾ ਗਲੂਕੋਜ਼ ਹੁੰਦਾ ਉਸ ਨੂੰ ਐਥਾਈਲ ਅਲਕੋਹਲ, ਕਾਰਬਨ ਡਾਈਆਕਸਾਈਡ ਅਤੇ ਊਰਜਾ ਵਿੱਚ ਤੋੜ ਦਿੰਦੀ ਹੈ। ਠੀਕ ਹੈ, ਹੁਣ ਇਸ ਤੋਂ ਬਾਅਦ ਅਸੀਂ ਕਰਨਾ ਡਿਫਰੈਂਸ ਬਿਟਵੀਨ ਐਰੋਬਿਕ ਰੈਸਪੀਰੇਸ਼ਨ ਐਂਡ ਐਨਾਰੋਬਿਕ ਰੈਸਪੀਰੇਸ਼ਨ। ਇਹ ਤੋਂ ਥੋੜ੍ਹਾ ਜਿਹਾ ਕਲੀਅਰ ਵੀ ਹੋ ਗਿਆ, ਅੰਤਰ ਵੀ ਸਮਾਨਤਾਵਾਂ, ਦੋਨਾਂ ਵਿੱਚ ਊਰਜਾ ਪੈਦਾ ਹੁੰਦੀ ਹੈ। ਠੀਕ ਹੈ, ਸਮਾਨਤਾਵਾਂ ਵੀ ਅਸੀਂ ਕਰਦੇ ਹਾਂ, ਅੰਤਰ ਵੀ ਕਰਦੇ ਹਾਂ ਅਗਲੇ ਟੌਪਿਕ ਵਿੱਚ।